ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਬਹੁਤ ਕਿਰਪਾ ਹੈ ਕਿ ਆਪ ਸਭ ਵਿਊਅਰਸ ਅਤੇ ਸਾਰੀ ਸੰਗਤ ਨੂੰ ਅਸੀਂ ਅੱਜ ਇੱਕ ਹੋਰ ਵੱਖ ਗੱਲਾਂ ਕਰਾਂਗੇ ਕਿ ਗੁਰੂ ਦੀਆਂ ਗੱਲਾਂ ਹੀ ਹੁੰਦੀਆਂ ਹਨ। ਹਮੇਸ਼ਾ ਗੁਰੂ ਦੀ ਮੱਤ ਹੈ, ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ। ਪੂਰਨ ਤੌਰ 'ਤੇ ਤਾਂ ਕੋਈ ਨਹੀਂ ਕਰ ਸਕਦਾ, ਪਰ ਜਿੰਨੀ ਜ਼ਿਆਦਾ ਕੋਸ਼ਿਸ਼ ਇਹੀ ਹੁੰਦੀ ਹੈ ਕਿ ਗੁਰੂ ਦੀ ਗੱਲ ਕੀਤੀ ਜਾਵੇ। ਅੱਜ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਕੀ ਇੰਪੋਰਟੈਂਸ ਹੈ ਸਾਰੀ ਚੀਜ਼ਾਂ ਦੀ, ਅਸੀਂ ਕਿਹੜੇ ਪਾਸੇ ਡੁੱਬੇ ਹੋਏ ਹਾਂ, ਸਾਡਾ ਸਰੀਰ ਕੀ ਚੀਜ਼ ਹੈ, ਇਹ ਕਲਯੁਗ ਕੀ ਚੀਜ਼ ਹੈ। ਮਹਾਰਾਜ ਤਾਂ ਕਹਿੰਦੇ ਕੱਲ ਤਾਤੀ ਠੰਡਾ ਹਰ ਨਾਓ। ਸਮਝ ਲਓ ਇਹਨੂੰ, ਕਲਯੁਗ ਤੱਤਾ ਆ ਤੇ ਠੰਡਾ ਹਰੀ ਦਾ ਨਾਮ ਆ ਜਿਹੜਾ ਠੰਡਕ ਦਿੰਦਾ ਸੀ। ਤਾਂ ਹੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਿਆ ਸੀ, ਨਾਮ ਤੇ ਆਏ ਮਹਾ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ। ਕਿਹੜੀ ਠੰਡਕ ਹੈ, ਕਿਹੜੇ ਹਰੀ ਦੇ ਗੁਣ ਹਨ, ਇਹੀ ਕੁਝ ਧਾਰਨ ਕਰਨੇ ਹਨ 1430 ਅੰਗਾਂ ਚੋਂ। ਇਸ ਕਰਕੇ ਗੁਰਬਾਣੀ ਬਹੁਤ ਹੀ ਤਰੀਕੇ ਨਾਲ ਸਮਝਾ ਰਹੀ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹਨੂੰ ਸਮਝੋ, ਇਹ ਮਨੁੱਖ ਸਰੀਰ ਕਿਉਂ ਮਿਲਿਆ ਹੈ? ਸਿਰਫ ਉਹਦੇ ਗੁਣ ਧਾਰਨ ਕਰਨ ਤੇ ਵੰਡਣ ਲਈ। ਮਹਾਰਾਜ ਨੇ ਦੱਸਿਆ ਹੈ, ਨੱਖ ਨੱਥ ਖਸਮ ਹੱਥ, ਕਿਰਤ ਧੱਕੇ ਦੇ। ਹੋਰ ਕੀ ਜਾਣਨਾ ਚਾਹੁੰਦੇ ਹੋ? ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ 10 ਕਾਜ ਸਵਾਰੈ। ਗੁਰਬਾਣੀ ਦਾ ਪ੍ਰਮਾਣ ਹੈ। ਆਪ ਗੁਰਬਾਣੀ ਹੀ ਚਾਹੁੰਦੇ ਹੋ, ਆਪ ਸਭ ਪੁੱਛਦੇ ਹੋ ਕਿੱਥੇ ਲਿਖਿਆ ਹੈ। ਇਹੀ ਲਿਖਿਆ ਹੈ, ਜਾ ਕੇ ਲੱਭੋ, ਤੁਹਾਨੂੰ ਤੁਹਾਡੀ ਆਪ ਦੀ ਖੋਜ ਹੈ। ਥਾਂ ਥਾਂ ਤੇ ਲਿਖਿਆ ਹੈ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ। ਸਮਝਦੇ ਕਿਉਂ ਨਹੀਂ? ਸਾਰੇ ਥਾਂ ਥਾਂ ਤੇ ਗੁਰੂ ਲਿਖ ਕੇ ਗਿਆ ਹੈ, ਅਸੀਂ ਕਿਉਂ ਮੂਰਖ ਬਣ ਰਹੇ ਹਾਂ? ਗੁਰਬਾਣੀ ਨੇ ਤਾਂ ਸਾਨੂੰ ਹਰ ਥਾਂ ਤੇ ਦੱਸਿਆ ਹੈ ਜੀਵਨ ਦਾ ਮਨੋਰਥ ਕੀ ਹੈ, ਪਰ ਅਸੀਂ ਸਮਝਣੇ ਹੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਇਹ ਕਿਹਦਾ ਪ੍ਰਮਾਣ ਹੈ? ਕਿਹਨੂੰ ਅਰਦਾਸ ਕਰਨੀ ਹੈ? ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਉਹੀ ਸੁਖ ਹੈ, ਉਹੀ ਹੈ ਨਾਮ, ਉਹੀ ਗੁਰਬਾਣੀ ਦੱਸ ਰਹੀ ਹੈ। ਉਹੀ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਪ ਹੋ ਕਿਹਾ ਕਾੜਾ ਜੀਓ। ਇਹ ਸਾਰਾ ਕਿੱਦਾਂ ਜਾਂਚ ਲੈਣਾ ਹੈ? ਹਰ ਵੀਡੀਓ 'ਚ ਦੱਸਿਆ ਹੈ, ਮਹਾਰਾਜ ਨੇ ਦੱਸਿਆ ਹੈ। ਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾ ਲਾਹਾ, ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤੇ ਸਿਰ ਨਾਏ, ਜੇ ਫਰਮਾਏ ਤਿਵ ਤਿਵ ਪਾਏ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਕਿਹਦਾ ਪ੍ਰਮਾਣ ਹੈ? ਮਹਾਰਾਜ ਕਹਿੰਦੇ ਕਾਊਂਟਲੈਸ ਪਲੇਸਿਸ, ਕਾਊਂਟਲੈਸ ਨੇਮਸ ਆਫ ਦੋਸ ਪਲੇਸਿਸ। ਥਾਂ ਥਾਂ ਤੇ ਲਿਖਿਆ ਹੈ, ਅਨੇਕਾਂ ਹੀ ਥਾਵਾਂ ਹਨ, ਅਨੇਕਾਂ ਹੀ ਨਾਮ ਹਨ ਉਹਨਾਂ ਦੇ। ਇਹ ਹਰ ਵੀਡੀਓ 'ਚ ਅਸੀਂ ਆਪ ਸਭ ਸੰਗਤ ਨੂੰ, ਸਾਰੇ ਵਿਊਅਰਸ ਨੂੰ ਸਮਝਾਉਣਾ ਚਾਹ ਰਹੇ ਹਾਂ। ਤੇ ਇਸ ਕਰਕੇ ਕਿੱਦਾਂ ਸਮਝਿਆ ਜਾਵੇ? ਇਹ ਕਿਉਂ ਭਾਰ ਲੈ ਰਹੇ ਹਾਂ? ਇਹ ਸਾਰੀਆਂ ਚੀਜ਼ਾਂ ਦਾ ਗਿਆਨ ਲੈਣ ਲਈ। ਇਹ ਸਾਰੀ ਚੀਜ਼ਾਂ ਨੂੰ ਬਣਾਉਣ ਵਾਲੇ ਦਾ ਗਿਆਨ ਕਿਉਂ ਨਹੀਂ ਲੈਣਾ ਚਾਹੁੰਦੇ ਆਪਾਂ? ਅੱਖਰਾਂ ਦੀ ਗੇਮ ਨੂੰ ਕਿਉਂ ਨਹੀਂ ਸਮਝ ਰਹੇ? ਇਹ ਕਿਉਂ ਨਹੀਂ 52 ਅੱਖਰੀ ਨੂੰ ਪੜ੍ਹਦੇ? ਗੁਰਬਾਣੀ 'ਚ ਜਾ ਕੇ ਕਿਉਂ ਨਹੀਂ ਸਮਝ ਆਉਂਦਾ ਗੱਗਾ ਭੱਬਾ ਇਹ ਸਾਰਾ ਕੀ ਖੇਡ ਹੈ? ਮਹਾਰਾਜ ਨੇ ਸਮਝਾਇਆ ਹੈ ਸਾਨੂੰ, ਗੁਰਬਾਣੀ ਦਾ ਪ੍ਰਮਾਣ ਹੈ। ਇਸ ਕਰਕੇ ਗੁਰਬਾਣੀ ਨੂੰ ਸਮਝਿਆ ਕਰੋ। ਗੁਰਬਾਣੀ ਬਹੁਤ ਹੀ ਡੂੰਘੀ ਜਾਂਦੀ ਹੈ। ਇਹ ਸਰੀਰ ਬਹੁਤ ਹੀ ਸਾਨੂੰ ਹਾਲੇ ਸਮਝ ਨਹੀਂ ਆ ਰਿਹਾ। ਮਾਨਸ ਜਨਮ ਦੁਲੰਭ ਹੈ, ਹੋਏ ਨਾ 12 ਬਾਰ, ਜੋ ਬਨ ਫਲ ਪਾਕੈ ਭੋਏ ਗ੍ਰਹਿ, ਬੋਰ ਨਾ ਲੱਗੈ ਡਰ। ਕਿੰਨੇ ਗੁਰਬਾਣੀ ਦੇ ਤੁਹਾਨੂੰ ਅਸੀਂ ਪ੍ਰਮਾਣ ਦੇ ਸਕਦੇ ਹਾਂ, ਕਹਿੰਦੇ ਹਾਂ, ਫਿਰ ਵੀ ਇੱਕ ਇੱਕ ਸਵਾਲ ਲੈ ਕੇ ਆਉਂਦੇ ਹਾਂ। ਇਹ ਕਰ ਸਕਦੇ ਹਾਂ, ਉਹ ਕਰ ਸਕਦੇ ਹਾਂ। ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਖਜ਼ਾਨਾ ਜਾ ਕੇ ਪੜ੍ਹੋ ਤੇ ਸਮਝ ਆਏਗੀ ਨਾ। ਹਮ ਧਨਵੰਤ, ਅਸੀਂ ਤਾਂ ਧਨੀ ਹਾਂ, ਭਗਤ ਸੱਚ ਨਾਏ ਜਿਹੜਾ ਉਹਦੇ ਨਾਂ ਲੈਣ ਜੋਗੇ ਬਣੇ ਆ। ਇਹ ਗੁਰਬਾਣੀ ਕਹਿੰਦੀ ਹੈ, ਹਰ ਗੁਣ ਗਾਵੈ ਸਹਿ ਸੁਭਾਏ ਰਹਾਉ, ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਿਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਹੈ ਵੱਧਦੋ ਜਾਈ। ਹੋਰ ਦੱਸੋ, ਗੁਰਬਾਣੀ ਦੇ ਇਸ ਤੋਂ ਅੱਗੇ ਵੀ ਜਾਣਾ ਚਾਹੁੰਦੇ ਆ? ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਇਸ ਤੋਂ ਅੱਗੇ ਗੁਰਬਾਣੀ ਹੋਰ ਕੀ ਕਹੇਗੀ? ਇਹ ਖਜ਼ਾਨਾ ਕਿਵੇਂ ਸਮਝ ਆਵੇ? ਇਹ ਖੁਦ ਦੀ ਖੋਜ ਹੈ, ਇੰਡੀਵਿਜੂਅਲ ਖੋਜ। ਸਾਰਿਆਂ ਦਾ ਹੋਮਵਰਕ ਹੈ। ਗੁਰੂ ਰੱਖ ਕੇ ਗਿਆ ਹੈ ਸਾਹਮਣੇ, ਇਸ ਨੂੰ ਸਮਝੋ। ਗੁਰੂ ਤਾਂ ਫਤਿਹ ਕਰ ਗਿਆ, ਪਰ ਇਸ ਫਤਿਹ ਨੂੰ ਅਸੀਂ ਵੰਡਣਾ ਹੈ। ਇਹੀ ਹੈ, ਖਾਵੈ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵੱਧਦੋ ਜਾਈ। ਹਾਂ, ਸਾਰੇ ਕੰਮ ਜ਼ਰੂਰੀ ਹੈ। ਨਾਮਾ ਕਹਿ ਤਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਗੁਰਬਾਣੀ ਕਹਿ ਰਹੀ ਹੈ। ਹੁਣ ਸਾਰੀਆਂ ਚੀਜ਼ਾਂ ਹੀ ਗੁਰਬਾਣੀ ਨੇ ਸਮਝਾਈਆਂ। ਅਸੀਂ ਕੀ ਸਮਝਣਾ ਚਾਹ ਰਹੇ ਹਾਂ? ਸੁਖਮਨੀ ਸਾਹਿਬ ਵਿੱਚ ਕੀ ਕੀ ਨਹੀਂ ਸਮਝਾਇਆ ਸਾਨੂੰ? ਹਰ ਇੱਕ ਚੀਜ਼ ਸਮਝਾਈ ਹੈ ਸਾਨੂੰ, ਪਰ ਅਸੀਂ ਦੂਜੀਆਂ ਗੱਲਾਂ ਕਰਕੇ ਜ਼ਿਆਦਾ
कह लो कि ਅਸੀਂ खुश हाँ। दुनियावी गल्लां, दरगाही गल्लां नहीं। एक दुनियावी गल है, एक दरगाही गल है। महाराज ने गुरु ग्रंथ साहब विच केवल दरगाही गल कीती है। स्वर्ग दिखाया है सानू किहड़ा है, ਉਹੀ स्वर्ग ਅਸੀਂ थल्ले देख सकते हाँ जीवन च जीवदे होए, ਉਹੀ स्वर्ग देखना है। ਇਹ ਕਲਯੁਗ ਚ स्वर्ग दिखा के गए ਹਨ महाराज, जिथे केवल नरक दिख रहा है ਥਾਂ ਥਾਂ ਤੇ। ਕੂੜ ਦਾ ਪ੍ਰਚਾਰ, ਕੂੜ ਦਾ ਵਪਾਰ, ਸਭ ਕੁਝ ਇਹ ਉਹ ਭੁੱਲ ਹੀ ਗਏ ਹਨ ਗੁਣ ਉਹਦੇ। ਅਮੁੱਲ ਗੁਣ ਅਮੁੱਲ ਵਪਾਰ, ਮੁੱਲ ਵਪਾਰੀਏ ਮੁੱਲ ਭੰਡਾਰ, ਮੁੱਲ ਆਵੇ ਮੁੱਲ ਲੈ ਜਾਏ, ਮੁੱਲ ਪਾਏ ਮੁੱਲਾ ਸਮਾਏ। ਇਹ ਗੁਰਬਾਣੀ ਨੂੰ ਭੁੱਲ ਹੀ ਗਏ ਨੇ ਕਿ ਇਹ ਮੁੱਲ ਚੀਜ਼ ਨੂੰ, ਇਸ ਨਾਮ ਦਾ ਵੀ ਅੱਜ ਹਰ ਇੱਕ ਚੀਜ਼ ਦਾ ਮੁੱਲ ਹੈ। ਅੱਜ ਪੰਜੋ ਤੱਤਾਂ ਦਾ ਮੁੱਲ ਲੱਗ ਰਿਹਾ ਹੈ। ਦੇਖ ਲਓ, ਕਮਾਲ ਦੀ ਗੱਲ ਹੈ। ਥਾਂ ਥਾਂ ਦੇ ਵਿੱਚ ਇਹ ਪੰਜੋ ਤੱਤ ਯੂਜ਼ ਕਰਕੇ ਉਹਨਾਂ ਦਾ ਮੁੱਲ ਸਾਡੇ ਤੋਂ ਲਿਆ ਜਾ ਰਿਹਾ ਹੈ। ਸਾਨੂੰ ਸਮਝਾਇਆ ਨਹੀਂ ਜਾ ਰਿਹਾ ਕਿ ਗੁਰਬਾਣੀ ਕੀ ਹੈ। ਪਤਾ ਨਹੀਂ ਕਿਸ ਚੀਜ਼ ਦਾ ਜ਼ੋਰ ਹੈ, ਪਰ ਮਾਲਕ ਦੀ ਰਜ਼ਾ ਹੈ। ਅਸੀਂ ਕੁਝ ਕਰ ਨਹੀਂ ਸਕਦੇ ਇਹਨੂੰ ਰੋਕਣ ਨੂੰ, ਪਰ ਅਸੀਂ ਕੀ ਕਰ ਸਕਦੇ ਹਾਂ? ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਖਜ਼ਾਨਾ ਹੈ, ਅੱਗੇ ਵੀ ਦੱਸਿਆ ਹੈ, ਉਹਦੇ ਵਿੱਚ ਜਾ ਕੇ ਉਹਨੂੰ ਸਮਝ ਸਕਦੇ ਹਾਂ। ਫਿਰ ਮਹਾਰਾਜ ਦੀ ਸਾਨੂੰ ਸਮਝ ਆਊਗੀ ਪੰਕਤੀ ਕੀ ਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰ ਪਿਆਰਿਆ। ਇਹ ਗੁਰਬਾਣੀ ਕਹਿ ਰਹੀ ਹੈ, ਇਹ ਆਪਾਂ ਨੂੰ ਸਮਝ ਨਹੀਂ ਆ ਰਹੀ। ਗੁਰਬਾਣੀ ਮਹਾਰਾਜ ਨੇ ਕਿਉਂ ਕਿਹਾ ਕਿ ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹ ਗੁਰਬਾਣੀ ਕਿਉਂ ਕਹਿ ਰਹੀ ਹੈ? ਇਹ ਹਰ ਥਾਂ ਥਾਂ ਤੇ। ਪਰ ਇਹ ਵੀ ਦੱਸਿਆ ਹੈ ਕਿ ਸਰੀਰ ਦਾ, ਤਾਂ ਤੁਹਾਨੂੰ ਅੱਗੇ ਵੀ ਦੱਸ ਦਿਆਂ ਕਿ ਸਰੀਰ ਦਾ ਥਾਂ ਥਾਂ ਤੇ ਦੱਸਿਆ ਕਿੱਦਾਂ ਸਮਝਿਆ ਜਾਵੇ। ਹਰ ਰੋਜ਼ ਨਿਤਨੇਮੀ ਗੁਰਸਿੱਖ ਇਹ ਪੜ੍ਹਦੇ ਹਨ। ਬਾਕੀ ਲੋਕ ਜੋ ਵੀ ਨਿਤਨੇਮ ਕਰਦੇ ਹਨ, ਖਾਲਸੇ ਜਾਤ ਦੇ ਵੀ ਸਿੰਘ ਜੋ ਸ਼ੇਰ ਹਨ, ਸਾਰੇ ਉਹ ਪੜ੍ਹਦੇ ਹਨ ਇੱਕੋ ਹੀ। ਪਰ ਗੁਰੂ ਦਾ ਖਾਲਸਾ ਤਾਂ ਵੱਖ ਹੈ, ਇਹ ਤਾਂ ਪੱਕੀ ਗੱਲ ਹੈ। ਗੁਰੂ ਬਣਾ ਕੇ ਗਿਆ ਹੈ ਵੱਖ, ਜੋ ਅਕਾਲ ਪੁਰਖ ਦੀ ਇੱਕ ਜਾਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਇਹ ਹੈ। ਪਰ ਜਿਹੜੇ ਪੜ੍ਹਦੇ ਹਨ ਹਰ ਰੋਜ਼, ਇਹ ਆਪਣੇ ਆਪ ਨੂੰ ਸਵਾਲ ਪੁੱਛਦੇ ਹਨ। ਗੁਰੂ ਅਮਰਦਾਸ ਜੀ ਦੀ ਜੋ ਰਚਨਾ ਹੈ ਸਾਡੇ ਸਾਹਮਣੇ, ਜੋ ਇੱਕ ਸੱਚ ਰੱਖ ਕੇ ਗਏ ਹਨ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੋ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓ ਚਿਤ ਲਾਇਆ। ਇਹ ਗੁਰਬਾਣੀ ਦਾ ਪ੍ਰਮਾਣ ਹੈ। ਅੱਗੇ ਮਹਾਰਾਜ ਨੇ ਅੱਖਾਂ ਨੂੰ ਪਹਿਲਾਂ ਵੀ ਦੱਸਿਆ, ਸਵਾਲ ਪੁੱਛੇ ਹਨ। ਕੰਨਾਂ ਨੂੰ, ਇਹ ਨੇਤਰੋ ਮੇਰਿਓ, ਇਹ ਸਰਵਣ ਹੋ ਮੇਰਿਓ, ਸਾਚੈ ਸੁਣਨਾ ਨੋ ਪਠਾਏ ਨੇਤਰੋ ਮੇਰਿਓ, ਹਰ ਤੁਮ ਮਹਿ ਜੋਤ ਧਰੀ। ਇਹ ਗੁਰਬਾਣੀ ਦੇ ਪ੍ਰਮਾਣ ਹਨ, ਇਹਨਾਂ ਨੂੰ ਸਮਝੋ। ਗੁਰਬਾਣੀ ਬਹੁਤ ਹੀ ਡੂੰਘੀ ਜਾਂਦੀ ਹੈ। ਇਹ ਤਾਂ ਮਹਾਰਾਜ ਨੇ ਦੱਸਿਆ ਹੈ ਕਿ ਨਾਮ ਲੈਣਾ ਹੀ ਜੀਣਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਪਰ ਇਹ ਵੀ ਸਿੱਧ ਕਰਤਾ ਆਖਣੇ ਔਖਾ, ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਹੈ ਖਾਏ ਚੱਲੀਏ ਹੈ ਦੁੱਖ। ਇਹ ਗੁਰਬਾਣੀ ਦਾ ਪ੍ਰਮਾਣ ਹੈ। ਅੱਗੇ ਮਹਾਰਾਜ ਨੇ ਇਹ ਵੀ ਦੱਸਿਆ, ਪਿਛਲੀ ਵਾਰ ਵੀ ਦੱਸਿਆ ਸੀ ਵੀਡੀਓ 'ਚ, ਕਿ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹਿ ਤੇਤੀ। ਜਿੰਨੀ ਕਿਸੇ ਦੀ ਬੁੱਧੀ ਯੂਜ਼ ਹੋ ਰਹੀ ਹੈ, ਪਰ ਅਕਾਲ ਪੁਰਖ ਨੂੰ ਬਿਆਨ ਕਰਨ ਲਈ ਯੂਜ਼ ਤਾਂ ਕਰੋ ਨਾ ਬੁੱਧੀ। ਜੇ ਉੱਥੇ ਯੂਜ਼ ਹੀ ਨਹੀਂ ਹੋ ਰਹੀ, ਫਿਰ ਕਾਹਦੇ ਆਪਾਂ ਕੰਮ ਕਰ ਰਹੇ ਹਾਂ? ਅਸੀਂ ਤਾਂ ਬਸ ਉਹੀ ਹੈ, ਫਿਰ ਰਹਿ ਤਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਗੁਰਬਾਣੀ ਦੇ ਕਿੱਥੇ ਥਾਂ ਥਾਂ ਤੇ ਪ੍ਰਮਾਣ ਹਨ। ਮਹਾਰਾਜ ਕਿਰਪਾ ਕਰ ਰਹੇ ਹਨ, ਅਸੀਂ ਕਿ ਆਪ ਸਾਰਿਆਂ ਨਾਲ, ਸਾਰੇ ਹੀ ਜਿੰਨੇ ਕਿ ਸਾਡੇ ਦਿਮਾਗ 'ਚ ਆਉਂਦੇ ਹਨ, ਅਸੀਂ ਸ਼ੇਅਰ ਕਰ ਦਈਏ। ਪਰ ਗੁਰਬਾਣੀ ਥਾਂ ਥਾਂ ਤੇ ਕਹਿ ਰਹੀ ਹੈ, ਗੁਰਸਿੱਖਾ ਜਾਗ ਜਾਗ ਜਾਗ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮਰਾਰ, ਇੱਕ ਦਿਨ ਸੋਵਨ ਹੋਏਗੋ, ਲਾਂਬੇ ਗੋੜ ਪਸਾਰ। ਗੁਰਬਾਣੀ 'ਚ ਕਿੱਥੇ ਕਿੱਥੇ ਨਹੀਂ ਲਿਖਿਆ, ਅਸੀਂ ਤਾਂ ਵੀ ਨਹੀਂ ਸਮਝਣਾ। ਸਾਨੂੰ ਗੁਰਬਾਣੀ 'ਚ ਬਹੁਤ ਥਾਵਾਂ ਤੇ ਮਹਾਰਾਜ ਨੇ ਸਾਨੂੰ ਸਮਝਾਇਆ ਹੈ। ਜਪਜੀ ਸਾਹਿਬ ਨੂੰ ਸਮਝੋ, ਉਸ ਇੱਕ ਓਂਕਾਰ ਨੂੰ ਸਮਝੋ। ਇਹ ਜਿਹੜੀਆਂ ਸੋਚਾਂ ਲਈ ਬੈਠੇ ਆ, ਮਹਾਰਾਜ ਨੇ ਪਹਿਲੀ ਪੌੜੀ 'ਚ ਹੀ ਦੱਸਦਾ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ, ਸਹਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈ ਹੈ। ਦੱਸੋ ਕਿਵੇਂ ਸੱਚਾ ਹੋਈਏ? ਕਿਵ ਕੂੜਾ ਟੁੱਟੈ ਪਾਲ, ਕਿਵੇਂ ਸਾਰੇ ਕੂੜ ਤੋਂ ਬਚੀਏ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਮਹਾਰਾਜ ਨੇ ਦੱਸਤਾ, ਇੱਥੇ ਸਿੱਧ ਕਰਤਾ ਪੂਰਾ ਕਿ ਹੁਕਮ ਰਜਾਈ ਚੱਲਣਾ, ਹੁਕਮ ਤੇ ਰਜਾ ਦੇ ਨਾਲ ਚੱਲਣਾ। ਉਹਦੀ ਅਕਾਲ ਪੁਰਖ ਦੇ ਹੁਕਮ ਨੂੰ, ਉਹਦੇ ਆਰਡਰ ਨੂੰ, ਉਹਦੀ ਵਿਲ ਨੂੰ ਸਮਝੋ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਹੁਕਮ ਤੇ ਰਜਾ ਨੂੰ ਮੰਨ ਕੇ ਜਦੋਂ ਉਹਦੇ ਨਾਮ ਨੂੰ ਸਮਝ ਜਾਓਗੇ, ਇੱਕੋ ਹੀ ਜੋ ਮਨੋਰਥ ਹੈ ਤੁਹਾਡਾ, ਫਿਰ ਉਹੀ ਨਾਲ ਜਾਏਗਾ। ਉਹੀ ਹੈ ਜੀਵਨ ਮੁਕਤ। ਇੱਥੇ ਹੀ ਸਵਰਗ ਦੇਖਣਾ, ਫਿਰ ਗਾਂ ਤਾਂ ਸਵਰਗ ਹੀ ਸਵਰਗ ਹੈ। ਜਿਹੜਾ ਇੱਥੇ ਹੀ ਸਵਰਗ ਦੇਖ ਗਿਆ, ਉਹਨੂੰ ਤਾਂ ਮੌਤ ਦਾ ਕੋਈ, ਫਿਰ ਤਾਂ ਤੁਹਾਨੂੰ ਪਤਾ ਹੀ ਅੰਤਕਾਲ ਨਾਰਾਇਣ ਸਿਮਰੈ। ਇਹ ਗੁਰਬਾਣੀ ਕਹਿ ਕੇ ਗਈ ਹੈ। ਜਿਹੜਾ ਬੰਦਾ ਅੰਤਕਾਲ ਵੀ ਨਾਰਾਇਣ ਨੂੰ ਆਪਣਾ ਸਿਮਰ ਲਵੇ, ਉਹਦਾ ਤਾਂ ਫਿਰ ਮਹਾਰਾਜ ਰੱਖ ਕੇ ਗਏ ਨੇ। ਗੁਰਬਾਣੀ ਦੇ ਪ੍ਰਮਾਣ ਹਨ, ਸਮਝਦੇ ਕਿਉਂ ਨਹੀਂ? ਸਾਡੇ 'ਚ ਕੋਈ ਵੀਕਨੈਸ ਹੈ? ਪ੍ਰਚਾਰਕ 'ਚ ਵੀਕਨੈਸ ਨਹੀਂ। ਪ੍ਰਚਾਰਕ ਵੀਰ ਦਾ ਇੰਨਾ ਹੀ ਹੈ, ਉਹ ਇੰਨਾ ਹੀ ਦੱਸ ਸਕਦਾ ਹੈ ਜਿੰਨਾ ਕੁ ਉਹ ਸਿੱਖ ਕੇ ਆਉਂਦਾ ਹੈ। ਬਾਕੀ ਇੱਕ ਗੱਲ ਹੋਰ ਸਿੱਧ ਕਰੋ, ਅਸੀਂ ਵੀ ਤੁਹਾਨੂੰ ਓਨਾ ਹੀ ਦੱਸ ਸਕਦੇ ਹਾਂ ਗੁਰਬਾਣੀ, ਜਿੰਨੀ ਅਸੀਂ ਜਾਣਦੇ ਹਾਂ, ਜਿੰਨੀ ਅਸੀਂ ਸਮਝ ਚੁੱਕੇ ਹਾਂ। ਬਾਕੀ ਤੁਸੀਂ ਇੱਕ ਗੱਲ ਜਾਣੋ, ਤੁਹਾਡੇ ਕੋਲ ਕਿਹੜੀ ਐਨਰਜੀ ਹੈ? ਸਾਰਿਆਂ ਕੋਲ। ਤੁਸੀਂ ਜਾ ਕੇ ਇਸ ਖਜ਼ਾਨੇ ਵਿੱਚੋਂ ਕੋਈ ਐਸੀ ਚੀਜ਼ ਲੱਭ ਸਕਦੇ ਹੋ, ਕੋਈ ਐਸੀ ਆਪਣਾ ਬੁੱਧੀ ਯੂਜ਼ ਕਰਕੇ ਬਿਆਨ ਕਰ ਸਕਦੇ ਹੋ ਉਹਨੂੰ, ਜਿਹੜੀ ਸਾਨੂੰ ਵੀ ਨਾ ਪਤਾ ਹੋਵੇ। ਦੱਸੋ ਫਿਰ ਸਾਰੇ ਸੂਰਮੇ ਹਾਂ ਕਿ ਨਹੀਂ?
ਸਾਰੇ ਹੀ ਸੂਰਮੇ ਆ। ਇਸ ਕਰਕੇ ਸਾਰਿਆਂ ਨੂੰ ਪੜ੍ਹ ਕੇ ਸਾਰੀਆਂ ਬੁੱਧੀਆਂ ਵੱਖ-ਵੱਖ ਯੂਜ਼ ਹੁੰਦੀਆਂ ਹਨ, ਡੂੰਘੀਆਂ ਜਾਂਦੀਆਂ ਹਨ ਵੱਖ-ਵੱਖ ਤਰੀਕੇ ਨਾਲ। ਇਸ ਕਰਕੇ ਜੇ ਮਹਾਰਾਜ ਕਿਰਪਾ ਕਰਨ ਅਸੀਂ ਤਾਂ ਹੀ ਸਮਝਾਂਗੇ। ਇਹ ਤਾਂ ਜਿੰਨਾ ਮਰਜ਼ੀ ਸਮਾਂ ਲੰਘਾਈ ਜੋ ਕੁਛ ਨਹੀਂ, ਇਹ ਤਾਂ ਫਿਰ ਤੁਹਾਨੂੰ ਸਮਝਣਾ ਪੈਣਾ ਗੁਰੂ ਦਾ ਪ੍ਰਮਾਣ ਕੀ ਕਹਿ ਰਿਹਾ, ਗੁਰੂ ਦੇ ਜੋ ਹੁਕਮ ਹਨ, ਜੇ ਹੁਕਮਨਾਮਾ ਹੈ ਇਹ ਰੋਜ਼ ਜੋ ਅਸੀਂ ਪੜ੍ਹਦੇ ਹਾਂ ਕੀ ਹੈ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ। ਕਿਉਂ ਜੀ, ਇਹ ਗੁਰਬਾਣੀ ਕੀ ਹੈ? ਅਸੀਂ ਕਿੰਨੀ ਰੋਜ਼ ਜਾਂਦੇ ਹਾਂ ਪਰ ਕੁਝ ਸਮਝ ਨਹੀਂ ਆ ਰਿਹਾ। ਕੋਈ ਤਾਂ ਕਮੀ ਹੈ ਨਾ। ਗੁਰਬਾਣੀ ਸਾਨੂੰ ਸਮਝਾ ਰਹੀ ਹੈ ਪਰ ਅਸੀਂ ਸਮਝ ਨਹੀਂ ਰਹੇ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਕਿਉਂ ਜੀ, ਦੱਸੋ ਹੁਣ ਇਸ ਤੋਂ ਅੱਗੇ ਕੁਝ ਜਾਈਏ। ਗੁਰਬਾਣੀ ਇਹੀ ਕਹਿੰਦੀ ਹੈ ਜੋ ਕੁਝ ਹੈ ਸੋ ਰੱਬ ਦਾ ਹੀ ਹੈ। ਇਹ ਸਮਝੋ, ਅਸੀਂ ਇਹ ਜਿਹੜੇ ਮਾਲਕ ਬਣੀ ਬੈਠੇ ਹਨ ਅੱਜ, ਜਿਹੜੇ ਇਹ ਮਾਲਕ ਵਾਲਾ, ਇਹ ਸਮਝੋ ਕਿੰਨੇ ਮਾਲਕ ਹਨ। ਅੱਗੇ ਦੁਨਿਆਵੀ ਤੇ ਦਰਗਾਹੀ ਦੱਸਿਆ ਹੈ ਨਾ, ਜੋ ਇੱਕ ਓਂਕਾਰ ਹੈ ਉਹ ਦਰਗਾਹ ਦੱਸੀ ਹੈ ਨਾ, ਉਹ ਕੌਣ ਹੈ, ਉਹ ਕਿਹੜਾ ਸੱਚਖੰਡ ਹੈ, ਕਿਹੜਾ ਮਾਲਕ ਹੈ, ਉਹ ਕਿੱਥੇ ਮਿਲਦਾ ਹੈ। ਇਦਾਂ ਹੀ ਦੱਸਦੇ ਹਾਂ ਤੁਹਾਨੂੰ ਕਿ ਇਹ ਮਾਲਕ ਕੀ ਹਨ। 4 ਤਰ੍ਹਾਂ ਦੇ ਮਾਲਕ ਹੁੰਦੇ ਹਨ ਕਹਿ ਲਓ, ਜੇ ਤੁਸੀਂ ਉਦਾਂ ਹੀ ਜਾਣਨਾ ਚਾਹੁੰਦੇ ਹੋ ਤੇ। ਇੱਕ ਹੈ ਸਾਡਾ ਸਭ ਤੋਂ ਪਹਿਲਾਂ ਅਕਾਲ ਪੁਰਖ ਮਾਲਕ ਇੱਕ ਓਂਕਾਰ, ਜਿਹਨੂੰ ਵੱਖ-ਵੱਖ ਜ਼ੁਬਾਨਾਂ ਦੇ ਰਾਹੀਂ ਕਿਸੇ ਨੇ ਅੱਲਾ, ਕਿਸੇ ਨੇ ਰਾਮ ਕਿਹਾ, ਵੇਦਾਂ ਵਿੱਚ ਕਿਸੇ ਨੇ ਕੁਰਾਨ ਵਿੱਚ ਅੱਲਾ ਕਿਹਾ। ਪਰ ਮਹਾਰਾਜ ਤੋਂ ਇਹ ਗੱਲ ਜਾਣ ਲਓ ਕਿ ਸਭ ਤੋਂ ਪਹਿਲਾਂ ਹੈ ਉਹ ਰੱਬ। ਉਸ ਤੋਂ ਬਾਅਦ ਆਉਂਦੀ ਹੈ ਜਿਹੜੀ ਇੱਕ ਹੁਕੂਮਤ ਇੱਥੇ ਜਿਹੜੀ ਸਾਨੂੰ ਹੈਂਡਲ ਕਰ ਰਹੀ ਹੈ, ਜਿਹਨੂੰ ਤੁਸੀਂ ਗਵਰਨਮੈਂਟ ਕਹਿ ਲੈਂਦੇ ਹੋ, ਜੋ ਵੀ ਕਹਿੰਦੇ ਹੋ। ਥਾਂ ਤੇ ਸੁਸਾਇਟੀ ਦੇ ਮੁਤਾਬਕ ਉਹਨਾਂ ਨੇ ਇੱਕ ਸੈਟਿੰਗ ਕੀਤੀ ਹੋਈ ਹੈ ਸਾਨੂੰ ਅਰੇਂਜਮੈਂਟ। ਉਸ ਤੋਂ ਬਾਅਦ ਆਉਂਦੇ ਨੇ ਜਿਹੜੇ ਬੰਦੇ, ਉਹਨਾਂ ਦੀ ਸੈਟਿੰਗ ਵਿੱਚੋਂ ਸਮਾਨ ਲੈਂਦੇ ਨੇ, ਜਿਹੜਾ ਉਹਨਾਂ ਦਾ ਜੋ ਵੀ ਪ੍ਰੋਡਕਟ ਹੈ ਲੈ ਕੇ ਅੱਗੋਂ ਸਾਨੂੰ ਵੇਚਦੇ ਹਨ, ਉਹ ਹਨ ਬੰਦੇ। ਤੇ ਉਸ ਤੋਂ ਬਾਅਦ ਅਸੀਂ ਆਉਂਦੇ ਹਾਂ ਜਿਹੜੇ ਇੰਡੀਵਿਜੂਅਲੀ ਇੱਕ ਓਨਰ ਬਣਦੇ ਹਾਂ, ਇੱਕ ਮਾਲਕ ਬਣਦੇ ਹਾਂ ਉਹਨਾਂ ਤੋਂ ਸਮਾਨ ਲੈ ਕੇ। ਪਰ ਇਸ ਤੋਂ ਅੱਗੇ ਜਿਹੜੀ ਪੰਜਵੀਂ ਚੀਜ਼ ਹੈ ਉਹ ਵੀ ਸਿੱਧ ਕਰ ਲਓ, ਜਿਹੜੀ ਨਾਲ ਜਾਂਦੀ ਹੈ, ਅੱਗੇ ਹੀ ਦੱਸਿਆ ਹੈ, ਉਹ ਹੈ ਆਨੰਦ। ਪੰਜਵੀਂ ਚੀਜ਼ ਹੈ ਸੁੱਖ, ਜਿਹੜੀ ਹਰ ਚੀਜ਼ ਚੋਂ ਇੱਕ ਸੁੱਖ ਹੀ ਮਿਲਦਾ ਹੈ। ਭਾਵ ਗੰਦੀ ਚੀਜ਼ ਚੋਂ ਕਦੇ ਸੁੱਖ ਨਹੀਂ ਮਿਲਦਾ, ਉਹ ਸਮੇਂ ਦੇ ਮੁਤਾਬਕ ਹੀ ਹੁੰਦਾ ਹੈ। ਨਾਮ ਹੀ ਇੱਕ ਐਸਾ ਮਹਾਰਾਜ ਸੁੱਖ ਰੱਖ ਕੇ ਗਏ ਹਨ ਸਾਡੀ ਨਜ਼ਰਾਂ ਦੇ ਸਾਹਮਣੇ, ਜੋ ਹੈ ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਇਹ ਗੁਰਬਾਣੀ ਦਾ ਪ੍ਰਮਾਣ ਹੈ, ਸਾਡਾ ਨਹੀਂ। ਸੋ try to understand this and follow upon this. This is not a joke. People can sit and laugh all day long. They can listen to comedians, listen to rap songs, listen to whatever. I have no hate against anyone, but I want to just state one thing. Whatever you preach is your word, and is a word you learned from somebody, some teacher, whichever guru. And if a guru taught you bad, of course you're going to preach bad. So if somebody learned good, they're going to preach you something good. There's 2 sides, good and bad, yes and no. Day and night, we all know that. But different names given. So yeah, we're just lost in the words. We're not understanding. We're just lost. We are so lost. Nobody is helping us. Everybody's trying to say that I'm the best. I want to leave my name here. That's why we have done this, and Maharaj Guru is blessing us with this Akal Purkh himself. Of course, all this involved, Guru and Akal Purkh both are important, is blessing us to tell you this truth. And that's why we feel कि साडा नाम कोई important नहीं है किसी नू दसना. It's not important to tell anybody our name yet. We don't mind telling you guys our names. It's not a problem. But you tell us first. Whatever we are saying, the words, are those more important or my name? From there we can understand one thing, which is what is the importance. Most important thing is Akal Purkh. Please, let's try to understand this. Gurbani goes very, 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 very deep. So please, 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 please understand this. This has nothing to. So always, ਜਦੋਂ ਵੀ ਕਿਸ ਨੂੰ ਨਮਸਕਾਰ ਕਰੀਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਸ ਕੇ ਗਏ ਹਨ ਕਿ ਨਮਸਕਾਰ ਕਰਨੀ ਹੈ ਤਾਂ ਨਮਸਤੰ ਅਕਾਲੇ, ਉਸ ਅਕਾਲ ਪੁਰਖ ਨੂੰ ਜੋ ਮੌਤ ਤੋਂ ਰਹਿਤ ਹੈ, ਜੋ ਆਪ ਜਾਣਦੇ ਹੋ, ਜੋ ਅੰਮ੍ਰਿਤ ਹੈ, ਜੋ ਹੈ ਅਕਾਲ ਪੁਰਖ, ਜੋ ਕਦੇ ਵੀ ਜੋ ਮਰਨ ਤੋਂ ਰਹਿਤ ਹੈ, ਜੋ ਜਿਹਦੀ ਕੋਈ ਸਾਡੇ ਵਾਂਗੂ ਨਹੀਂ ਹੈ। ਜਿਨ ਇਹ ਲਿਖੇ ਤੇ ਸਿਰ ਨਾ ਹੈ, ਉਹ ਮੱਥੇ ਦੇ ਜਿਹੜੇ ਸਾਡੇ ਲੇਖ ਲਿਖੇ ਹਨ ਉਹਦੇ ਸਿਰ ਤੇ ਨਹੀਂ ਹਨ। ਇਸ ਕਰਕੇ ਇਹਨਾਂ ਨੂੰ ਸਮਝੋ, ਗੁਰਬਾਣੀ ਬਹੁਤ ਡੂੰਘੀ ਜਾਂਦੀ ਹੈ। ਅਸੀਂ ਹੋਰ ਵੀ ਗੱਲਾਂ ਆਪ ਨੂੰ ਦੱਸ ਸਕਦੇ ਹਾਂ, ਪਰ ਜਿੰਨੀ ਕੁ ਮਹਾਰਾਜ ਸੇਵਾ ਸਾਡੇ ਤੋਂ ਚਾਹੁੰਦੇ ਹਨ, ਜਿੱਥੇ ਸਾਨੂੰ ਲੱਗਦਾ ਹੈ ਸਾਡੀ ਬੁੱਧੀ ਭ੍ਰਿਸ਼ਟ ਹੋਣ ਲੱਗ ਰਹੀ ਹੈ, ਸਾਡੇ ਵਿੱਚ ਦਿਮਾਗ ਵਿੱਚ ਕਹਿ ਲਓ ਕਿ ਬਹੁਤ ਹੀ ਜ਼ਿਆਦਾ ਗੱਲਾਂ ਆਉਣ ਲੱਗ ਜਾਂਦੀਆਂ ਹਨ। ਇੱਕ ਵਕਤ ਫਿਰ ਸਾਰੀਆਂ ਗੱਲਾਂ ਨਹੀਂ ਹੁੰਦੀਆਂ, ਪਰ ਜਿੱਥੇ ਵੀ ਬੁੱਧੀ ਭ੍ਰਿਸ਼ਟ ਹੁੰਦੀ ਹੈ ਉੱਥੇ ਹੀ ਅਸੀਂ ਸਮਾਪਤੀ ਕਰ ਦਿੰਦੇ ਹੁੰਦੇ ਹਾਂ। ਕਿਉਂਕਿ ਇੱਦਾਂ ਹੁੰਦਾ ਹੈ ਕਿ ਜਾਗਰਤਾ ਲਈ 10 ਮਿੰਟ ਵੀ ਬੋਲੋ, 15 ਮਿੰਟ ਵੀ ਬੋਲੋ, ਬਸ ਇੱਕ ਜਾਗਰਤਾ ਦੇਣੀ ਹੈ ਕਿ ਇੱਕ ਜਿਹੜੀ ਤੁਸੀਂ ਸਪੀਚ ਦਿੰਦੇ ਹੋ ਉਹਦੇ ਵਿੱਚ ਥਾਂ ਤੇ ਅਕਾਲ ਪੁਰਖ ਨੂੰ ਪਾ ਕੇ, ਅਕਾਲ ਪੁਰਖ ਦਾ ਇੱਕ ਜੋ ਉਹਦੀ ਪ੍ਰੈਜ਼ੈਂਸ ਹੈ ਰੱਖ ਕੇ ਜਾਓ, ਜੋ ਹੈਗਾ ਹੈ ਸਭ ਨੂੰ ਦੱਸ ਕੇ ਜਾਓ ਕਿ ਅਕਾਲ ਪੁਰਖ ਹੈ। ਇਹੀ ਇੱਕ ਸਾਡੀ ਕੋਸ਼ਿਸ਼ ਰਹੇਗੀ ਸਦਾ। ਮਹਾਰਾਜ ਸਾਨੂੰ ਬਲ ਦੇਣ, ਮਹਾਰਾਜ ਸਾਨੂੰ ਹਮੇਸ਼ਾ ਇਹ ਤਾਕਤ ਦੇਣ ਤੇ ਅਸੀਂ ਸਦਾ ਆਪਦੇ ਸਾਹਮਣੇ ਰੱਖੇ ਜਾਈਏ। ਪਰ ਜੇ ਵੀ ਕੋਈ ਵੀਰ ਨੂੰ ਕੋਈ ਸਾਡੀ ਕੋਈ ਗੱਲ ਨਹੀਂ ਚੰਗੀ ਲੱਗਦੀ, ਜੇ ਕੁਝ
ਪ੍ਰੋਬਲਮ ਹੈ, ਕੁਝ ਵੀ ਹੈ, ਅਕਾਲ ਪੁਰਖ ਨਾਲ ਗੱਲ ਕਰੋ, ਗੁਰੂ ਗ੍ਰੰਥ ਸਾਹਿਬ ਜੀ ਨਾਲ ਗੱਲ ਕਰੋ, ਜਵਾਬ ਹਨ। ਅਸੀਂ ਤਾਂ ਇੱਕ ਕਹਿ ਲਓ ਜੀਵ ਹਾਂ, ਸਾਨੂੰ ਪਤਾ ਹੈ ਸਾਡੀ ਜ਼ਬਾਨ ਥਾਂ ਥਾਂ ਤੇ ਸਲਿੱਪ ਹੁੰਦੀ ਹੈ, ਗਲਤੀ ਹੁੰਦੀ ਹੈ। ਤੁਸੀਂ ਗਲਤੀਆਂ ਵਾਲੇ ਦੇ ਜੱਜ ਨਾ ਬਣੋ। ਮਹਾਰਾਜ ਜੱਜ ਸਾਡਾ ਬੈਠਾ ਹੈ, ਤੁਸੀਂ ਦੁਨਿਆਵੀ ਜੱਜ ਕਿਸੇ ਕੰਮ ਦੇ ਨਹੀਂ। ਆਵਤ ਜਾਵਤ ਜਨਮੈ ਮਰੈ, ਸਮਝ ਲਓ ਇਹਨੂੰ। ਫਿਰ ਕਿਸ ਪਾਗਲਪਨ ਵਿੱਚ ਅਸੀਂ ਪਾਗਲ ਹੋ ਕੇ ਬੈਠੇ ਹਾਂ। ਕਿਹੜਾ ਰਾਜਾ, ਕਿਹੜਾ ਮਹਾਰਾਜ ਨੇ ਦੱਸਿਆ ਹੈ, ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ। ਕਿਉਂ ਜੀ? ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ। ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹਸੈ। ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਜਲ ਤੇ ਥਲ ਕਰ, ਥਲ ਕਰ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ। ਧਰਤੀ ਤੇ ਆਕਾਸ਼ ਚੜਾਵੈ, ਚੜਾਏ ਆਕਾਸ਼ ਗਿਰਾਵੈ। ਹੁਣ ਦੱਸੋ ਗੁਰਬਾਣੀ ਕੀ ਕਰ ਰਹੀ ਹੈ? ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ। ਅੱਗੇ ਮਹਾਰਾਜ ਕਹਿੰਦੇ ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਗੁਰਬਾਣੀ ਦਾ ਪ੍ਰਮਾਨ ਹੈ, ਇਹਨੂੰ ਸਮਝੋ, ਇਸ ਮਨ ਨੂੰ ਸਮਝੋ। ਗੁਰਬਾਣੀ ਕੀ ਕਹਿ ਰਹੀ ਹੈ? ਗੁਰਬਾਣੀ ਵਿੱਚ ਮਨ ਨੂੰ ਕਿੱਦਾਂ ਤੁਲਨਾ ਕਰਕੇ ਸਮਝਾਇਆ ਗਿਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਿਵੇਂ ਸਮਝਾ ਰਹੇ ਹਨ? ਕਹਿੰਦੇ ਹਨ, ਮਹਾਰਾਜ ਕਹਿੰਦੇ ਹਨ, ਮਨ ਤਾਂ ਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਫ ਨਾ, ਮਾਫ ਕਰਨਾ, ਮਨ ਤਾਂ ਰਾਜੀ ਚਿੱਤ ਤੁਲਾ, ਤੇਰਾ ਕਵਣ ਸਰਾਫ ਬੁਲਾਵਾ। ਕਿਉਂ ਜੀ? ਗੁਰਬਾਣੀ ਦਾ ਪ੍ਰਮਾਨ ਹੈ। ਕੋਈ ਗਲਤੀ ਹੋ ਰਹੀ ਹੈ ਸਾਡੇ ਤੋਂ, ਕਹਿ ਲਓ ਕਿ ਗੁਰਬਾਣੀ ਦੇ ਪ੍ਰਮਾਨ ਕਈ ਵਾਰ ਪੂਰੀ ਤਰ੍ਹਾਂ ਯਾਦ ਨਹੀਂ ਆਉਂਦੇ। ਇਸ ਕਰਕੇ ਜੋ ਸਮਝ ਹੈ, ਇਹ ਕਹਿੰਦੇ ਹਨ ਕੌਣ ਹਾਂ, ਗੁਰਬਾਣੀ ਦਾ ਸਭ ਤੋਂ ਪਹਿਲਾ ਪ੍ਰਮਾਨ ਹੈ। ਕਈ ਵਾਰ ਸ਼ਬਦ ਨਹੀਂ ਯਾਦ ਆਉਂਦਾ। ਕਹਿ ਲਓ ਸ਼ਬਦ ਏਦਾਂ ਹੈ ਕਿ ਕੌਣ ਤਰਾਜੀ, ਕੌਣ ਤੁਲਾ, ਕੌਣ ਤਰਾਜੀ ਕਵਣ ਤੁਲਾ, ਤੇਰਾ ਕਵਣ ਸਰਾਫ ਬੁਲਾਵਾ। ਕੌਣ ਗੁਰੂ ਕਹਿ ਪੈ ਦੀਖਿਆ ਲੇਵਾ, ਕਹਿ ਪੈ ਮੁੱਲ ਕਰਾਵਾ। ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਈਲ ਭਰਪੁਰ ਲੈਣਾ, ਤੂੰ ਆਪੇ ਸਰਬ ਸਮਾਣਾ। ਇੱਥੇ ਹੁਣ ਗੱਲ ਆ ਗਈ ਜਿਹੜੀ ਅਸੀਂ ਸਮਝਾਉਣਾ ਚਾਹ ਰਹੇ ਸੀ, ਜਿੱਥੇ ਬੁੱਧੀ ਭ੍ਰਿਸ਼ਟ ਹੋ ਰਹੀ ਸੀ। ਮਹਾਰਾਜ ਕਹਿੰਦੇ ਮਨ ਤਾਂ ਰਾਜੀ ਚਿੱਤ ਤੁਲਾ, ਮਨ ਤਾਂ ਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਫ ਕਮਾਵਾ। ਘਟ ਹੀ ਪੀਤਰ ਸੋ ਸੋ ਤੋਲੀ, ਇਨ ਬਿਦ ਚਿੱਤ ਰਹਾਵਾ। ਆਪੇ ਕੰਡਾ ਤੋਲਤ ਰਾਜੀ, ਆਪੇ ਤੋਲਣ ਹਾਰਾ। ਆਪੇ ਦੇਖੈ, ਆਪੇ ਬੂਝੈ, ਆਪੇ ਹੈ ਵਣਜਾਰਾ। ਗੁਰਬਾਣੀ ਨੂੰ ਸਮਝੋ। ਇਸ ਕਰਕੇ ਅੰਧਲਾ ਨੀਚ ਜਾਤ ਪਰਦੇਸੀ, ਸਾਡਾ ਇਹੀ ਹਾਲ ਹੈ। ਅੰਧਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ। ਉਹੀ ਗੱਲ ਹੈ, ਆਵਤ ਜਾਵਤ ਜਨਮੈ ਮਰੈ। ਸਮਝੋ। ਇਸ ਕਰਕੇ ਉਠਤ ਬੈਠਤ ਸੋਵਤ ਨਾਮ ਹੋਣਾ ਚਾਹੀਦਾ, ਇਹਨੂੰ ਸਮਝੋ। ਭਜੋ ਗੋਬਿੰਦ ਭੂਲ ਮਤ ਜਾਹੋ, ਇਹੀ ਗੁਰਬਾਣੀ ਕਹਿ ਰਹੀ ਹੈ। ਇਸ ਕਰਕੇ ਇੱਥੇ ਮਹਾਰਾਜ ਨੇ ਲਿਖਿਆ ਹੈ ਖਿਨ ਆਵੈ ਤਿਲ ਜਾਵੈ। ਗੁਰਬਾਣੀ ਨੂੰ ਸਮਝੋ, ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੈ। ਹੁਣ ਦੱਸੋ। ਇਸ ਕਰਕੇ ਗੁਰਬਾਣੀ ਦੇ ਬਹੁਤ ਹੀ ਪ੍ਰਮਾਨ ਹਨ। ਸਾਡੀ ਆਹੀ ਅੱਜ ਦੀ ਕੋਸ਼ਿਸ਼ ਸੀ ਕਿ ਸਮਝਾਇਆ ਜਾਵੇ। ਗਲਤੀਆਂ ਦਾ ਤਾਂ ਆਪ ਨੂੰ ਪਹਿਲਾਂ ਹੀ ਪਤਾ ਹੈ, ਬੁੱਧੀ ਭ੍ਰਿਸ਼ਟ ਹੋਣਾ, ਗਲਤੀਆਂ ਹੋ ਗਈਆਂ ਹਨ। ਗਲਤੀਆਂ ਦਾ ਮਾਲਕ ਦੇਖੇਗਾ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਗੁਰਬਾਣੀ ਦਾ ਪ੍ਰਮਾਨ ਹੈ। ਫਿਰ ਆਪਾਂ ਨੂੰ ਦੱਸਿਆ ਹੈ ਵੱਖ ਵੱਖ ਤਰੀਕੇ ਨਾਲ ਆਪ ਸਭ ਨੂੰ ਆਪਣੀ ਸਪੀਚ ਵਿੱਚ ਜੋ ਮਹਾਰਾਜ ਮਿਹਰ ਕਰ ਰਹੇ ਹਨ, ਜੋ ਅਕਾਲ ਪੁਰਖ ਮਿਹਰ ਕਰ ਰਿਹਾ ਹੈ, ਮਿੰਟ ਬਾਅਦ ਉਹਨੂੰ ਕ੍ਰੈਡਿਟ ਦੇਣਾ ਚਾਹੀਦਾ ਹੈ। ਇਹ ਸਾਡਾ ਕ੍ਰੈਡਿਟ ਨਹੀਂ ਹੈ। ਜੋ ਮਿਹਰ ਹੋ ਰਹੀ ਹੈ, ਕਹਿ ਲਓ ਕਿ ਮਿੰਟ ਬਾਅਦ ਅਸੀਂ ਕੋਸ਼ਿਸ਼ ਇਹੀ ਕੀਤੀ ਹੈ ਆਪ ਨੂੰ ਕਿ ਹਰ ਥਾਂ ਤੇ ਗੁਰਬਾਣੀ ਦਾ ਪ੍ਰਮਾਨ ਹੋਵੇ, ਸਾਡੀ ਜ਼ਬਾਨ ਘੱਟ ਹੋਵੇ। ਅੱਜ ਕੱਲ੍ਹ ਉਹੀ ਕਮੀ ਹੈ ਸਾਡੇ ਪੰਥ ਵਿੱਚ। ਇਸ ਕਰਕੇ ਪੰਥ ਵਿੱਚ ਇਹ ਕਮੀ ਜੇ ਮਹਾਰਾਜ ਨੇ ਬਲ ਕੇ ਸਾਨੂੰ ਦਿੱਤਾ ਹੈ, ਇਹ ਜ਼ਰੂਰ ਪੂਰੀ ਕਰਾਂਗੇ ਜਦ ਤੱਕ ਸਮਾਂ ਹੈ, ਜ਼ਰੂਰ। ਇਸ ਕਰਕੇ ਇਹੋ ਜੀ ਮਹਾਰਾਜ ਅਵਸਥਾ ਦੇਣ ਹਮੇਸ਼ਾ ਕਿ ਉਠਤ ਬੈਠਤ ਸੋਵਤ ਨਾਮ, ਕਿ ਹਮੇਸ਼ਾ ਨਾਮ ਬਖਸ਼ਣ ਅੱਠੋ ਪੈਰ। ਅੱਜ ਦੀ ਸੇਵਾ ਇੰਨੀ ਪ੍ਰਵਾਨ ਕਰੋ ਤੇ ਫਤਿਹ ਦਾ ਜੋ ਮਹਾਰਾਜ ਸਾਡੇ ਸਾਹਮਣੇ ਇੱਕ ਚੈਲੰਜ ਜਿੱਤ ਕੇ ਗਏ ਹਨ, ਉਹਨੂੰ ਵੰਡੀਏ, ਖਾਵੇ ਖਰਚਾ ਰਲ ਮਿਲ ਭਾਈ ਨੂੰ ਸਮਝੀਏ। ਇਸ ਕਰਕੇ ਗੁਰਬਾਣੀ ਨੂੰ ਸਮਝੀਏ, ਅੰਮ੍ਰਿਤ ਛਕੀਏ, ਗੁਰਸਿੱਖ ਸਜੀਏ। ਸਾਰਾ ਕੁਝ ਸਮਝ ਆ ਜਾਂਦਾ ਹੈ। ਕੇਸ ਰੱਖੀਏ, ਸਭ ਕੁਝ। ਕੇਸ ਰੱਖਣਾ ਇੱਦਾਂ ਹੈ, ਮਾਫੀ ਚਾਹੁੰਦੇ ਹਾਂ ਕਿ ਇੱਦਾਂ ਕਹਿਣਾ ਚਾਹੀਦਾ ਹੈ ਕਿ ਕੇਸ ਨਾ ਕੱਟੋ। ਸਾਡੇ ਕੋਲ ਆਹੀ ਸ਼ਕਤੀ ਹੈ ਕਿ ਅਸੀਂ ਕੇਸ ਕੱਟਦੇ ਹਾਂ। ਰੱਖਣਾ ਤਾਂ ਰੱਖੀ ਜਾਏਗਾ, ਉਹਨੇ ਦੇਈ ਜਾਣੇ। ਇਹ ਵੀ ਸਮਝਾਇਆ ਹੈ ਦ ਇੰਪੋਰਟੈਂਸ ਆਫ ਹੇਅਰ ਇਨ ਸਿੱਖੀ। ਸਾਡੀ ਜੋ ਵੀਡੀਓ ਰਿਲੀਜ਼ ਹੋਈ ਹੈ, ਮਹਾਰਾਜ ਨੇ ਮੇਰੀ ਕੀਤੀ ਸੀ, ਅਕਾਲ ਪੁਰਖ ਨੇ। ਇਸ ਕਰਕੇ ਉਹਨੂੰ ਦੇਖੋ, ਇੰਨੀ ਸੇਵਾ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।